ਪਿਤਾ ਜੀ ਤੁਹਾਡੇ ਕੋਲ 10,000 ਰੁਪਏ ਹੋਣਗੇ? ਛੋਟੇ ਪੁੱਤ ਸੁਖਬੀਰ ਨੇ ਮਦਨ ਲਾਲ ਜੀ ਨੂੰ ਕਿਹਾ। ਤਾਂ ਪਿਤਾ ਜੀ ਨੇ ਪੁੱਛਿਆ, ਪੁੱਤ ਕਿਸ ਲਈ ਚਾਹੀਦੇ? ਤਾਂ ਸੁਖਬੀਰ ਨੇ ਕਿਹਾ ਕਿ ਪਿਤਾ ਜੀ ਮੋਬਾਈਲ ਲੈਣਾ ਹੈ, ਬਾਕੀ ਪੈਸੇ ਹੈ ਮੇਰੇ ਕੋਲ, ਕੁਝ ਤੁਸੀਂ ਦੇ ਦਵੋ ਜੀ। ਪੁੱਤ ਹੁਣੇ ਤਾਂ ਤੂੰ ਨਵਾਂ ਮੋਬਾਈਲ ਲਿਆ ਸੀ, ਫਿਰ ਇੰਨੀ ਜਲਦੀ ਦੂਜਾ ਮੋਬਾਈਲ ਕਿਉਂ ਲੈ ਰਹੇ ਹੋ? ਤਾਂ ਸੁਖਬੀਰ ਕਹਿੰਦਾ ਹੈ ਕਿ ਪਿਤਾ ਜੀ ਉਹ ਵਧੀਆ ਨਹੀਂ ਹੈ, ਮੈਨੂੰ ਦੂਜਾ ਲੈਣਾ ਹੈ। ਪਿਤਾ ਜੀ ਸੁਖਬੀਰ ਦੀ ਤਰਫ ਗੌਰ ਨਾਲ ਦੇਖਦੇ ਹਨ, ਫਿਰ ਬਿਨਾਂ ਕੁਝ ਕਹੇ ਸੁਖਬੀਰ ਨੂੰ 10,000 ਰੁਪਏ ਕੱਢ ਕੇ ਦਿੰਦੇ ਹਨ। ਜਦੀ ਵੱਡਾ ਪੁੱਤ ਜਸਬੀਰ, ਜੋ ਕਿ ਉੱਥੇ ਹੀ ਖੜਾ ਰਹਿੰਦਾ ਹੈ, ਕਹਿੰਦਾ ਹੈ, ਪਿਤਾ ਜੀ ਮੈਨੂੰ 15,000 ਰੁਪਏ ਚਾਹੀਦੇ। ਪਿਤਾ ਜੀ ਪੁੱਛਦੇ ਹਨ, ਤੈਨੂੰ ਕਿਉਂ ਚਾਹੀਦੇ? ਪਿਤਾ ਜੀ ਮੈਨੂੰ ਆਪਣੀ ਗੱਡੀ ਵਿੱਚ ਕੁਝ ਕੰਮ ਕਰਵਾਉਣਾ ਹੈ, ਬਾਕੀ ਪੈਸੇ ਤਾਂ ਹੈ ਮੇਰੇ ਕੋਲ, ਤੁਸੀਂ ਬਸ ਮੈਨੂੰ 15,000 ਦੇ ਦਵੋ ਜੀ। ਪਿਤਾ ਜੀ ਜਸਬੀਰ ਦੀ ਤਰਫ ਵੀ ਗੌਰ ਨਾਲ ਦੇਖਦੇ ਹਨ ਅਤੇ ਉਸ ਨੂੰ ਵੀ 15,000 ਕੱਢ ਕੇ ਦਿੰਦੇ ਹਨ। ਦੋਵੇਂ ਪੁੱਤ ਪੈਸੇ ਲੈ ਕੇ ਚਲੇ ਜਾਂਦੇ ਹਨ। ਮਦਨ ਲਾਲ ਜੀ ਦੇ ਕੋਲ ਉਹਨਾਂ ਦੀ ਪਤਨੀ ਮਾਧਵੀ ਜੀ ਵੀ ਬੈਠੀ ਰਹਿੰਦੀ ਹਨ। ਉਹ ਆਪਣੇ ਪਤੀ ਮਦਨ ਲਾਲ ਜੀ ਨੂੰ ਕਹਿੰਦੀ ਹਨ ਕਿ ਤੁਸੀਂ ਬੱਚਿਆਂ ਨੂੰ ਇੰਨੇ ਪੈਸੇ ਦੇ ਕਿਉਂ ਦਿੰਦੇ ਹੋ? ਬੱਚੇ ਕਮਾ ਰਹੇ ਹਨ, ਆਪਣੇ ਖਰਚੇ ਆਪਣੇ ਪੈਸਿਆਂ ਵਿੱਚ ਚਲਾ ਸਕਦੇ ਹਨ। ਜਦ ਮਦਨ ਲਾਲ ਜੀ ਕਹਿੰਦੇ ਹਨ, ਮੇਰੀ ਪਤਨੀ ਮੈਂ ਬੱਚਿਆਂ ਦੇ ਲਈ ਹੀ ਤਾਂ ਕਮਾਉਂਦਾ ਹਾਂ, ਅਤੇ ਜੇਕਰ ਬੱਚਿਆਂ ਨੇ ਪੈਸੇ ਲੈ ਹੀ ਲਏ ਤਾਂ ਕਿਆ ਹੋ ਗਿਆ, ਸਭ ਕੁਝ ਇਹਨਾਂ ਦਾ ਹੀ ਤਾਂ ਹੈ। ਮਾਧਵੀ ਜੀ ਕਹਿੰਦੀ ਹਨ, ਦੇਖੋ ਜੀ, ਵਕਤ ਦਾ ਕੁਝ ਨਹੀਂ ਪਤਾ, ਕੁਝ ਪੈਸਾ ਸਾਨੂੰ ਆਪਣੇ ਕੋਲ ਵੀ ਬਚਾ ਕੇ ਰੱਖਣਾ ਚਾਹੀਦਾ। ਜਦ ਮਦਨ ਲਾਲ ਜੀ ਕਹਿੰਦੇ ਹਨ, ਮੇਰੀ ਪਤਨੀ ਤੂੰ ਕੁਝ ਜ਼ਿਆਦਾ ਹੀ ਸੋਚਦੀ ਹੈ, ਇੰਨਾ ਨਾ ਸੋਚਿਆ ਕਰੋ, ਰੱਬ ਸਭ ਚੰਗਾ ਕਰੇਗਾ। ਮਾਧਵੀ ਦੇਵੀ ਜੀ ਕਹਿੰਦੀ ਹਨ, ਤੁਸੀਂ ਨਹੀਂ ਮੰਨੋਗੇ, ਤੁਹਾਨੂੰ ਕੁਝ ਕਹਿਣਾ ਹੀ ਬੇਕਾਰ ਹੈ। ਅੱਛਾ, ਚਾਹ ਪੀਓਗੇ ਕਿਆ ਤੁਸੀਂ? ਹਾਂ, ਪੀ ਲਵਾਂਗਾ। ਜੇਕਰ ਤੂੰ ਆਪਣੇ ਲਈ ਬਣਾ ਰਹੀ ਹੈ ਤਾਂ ਮੇਰੇ ਲਈ ਵੀ ਇੱਕ ਕੱਪ ਬਣਾ ਦੇਣਾ, ਠੀਕ ਹੈ? ਇਹ ਕਹਿ ਕੇ ਮਾਧਵੀ ਜੀ ਬਾਹਰ ਚਲੀ ਜਾਂਦੀ ਹਨ। ਸੁਖਬੀਰ ਅਤੇ ਜਸਬੀਰ ਜਦ ਪੈਸੇ ਲੈ ਕੇ ਆਪਣੇ ਕਮਰੇ ਵਿੱਚ ਜਾਂਦੇ ਹਨ ਤਾਂ ਉਹਨਾਂ ਦੇ ਹੱਥ ਵਿੱਚ ਪੈਸੇ ਦੇਖ ਕੇ ਉਹਨਾਂ ਦੀ ਪਤਨੀਆਂ ਪੁੱਛਦੀ ਹਨ, ਇਹ ਪੈਸੇ ਕਿੱਥੇ ਤੋਂ ਆਏ? ਤਾਂ ਦੋਵੇਂ ਦੱਸਦੇ ਹਨ ਕਿ ਪਿਤਾ ਜੀ ਤੋਂ ਲੈ ਕੇ ਆਏ ਹਾਂ। ਦੋਨਾਂ ਦੀ ਪਤਨੀਆਂ ਖੁਸ਼ ਹੋ ਜਾਂਦੀ ਹਨ ਅਤੇ ਆਪਣੇ ਪਤੀ ਤੋਂ ਉਹ ਪੈਸੇ ਲੈ ਲੈਂਦੀ ਹਨ। ਕਹਿੰਦੀ ਹਨ, ਇਹ ਤਾਂ ਸਾਡੀ ਸ਼ੋਪਿੰਗ ਵਿੱਚ ਕੰਮ ਆਉਣਗੇ। ਮਦਨ ਲਾਲ ਜੀ ਦੇ 3 ਬੱਚੇ ਹਨ, 2 ਪੁੱਤ ਅਤੇ 1 ਧੀ। ਉਹਨਾਂ ਦੇ ਵੱਡੇ ਪੁੱਤ ਦਾ ਨਾਮ ਜਸਬੀਰ ਹੈ ਅਤੇ ਛੋਟੇ ਪੁੱਤ ਦਾ ਨਾਮ ਸੁਖਬੀਰ ਸੀ ਅਤੇ ਧੀ ਦਾ ਨਾਮ ਸ਼ੀਤਲ ਸੀ। ਮਦਨ ਲਾਲ ਜੀ ਨੇ 3 ਬੱਚਿਆਂ ਦਾ ਵਿਆਹ ਕਰ ਦਿੱਤਾ ਸੀ। ਉਹਨਾਂ ਦੀ ਧੀ ਦਾ ਵਿਆਹ ਸੁਖੀ ਅਤੇ ਚੰਗੇ ਪਰਿਵਾਰ ਵਿੱਚ ਹੋਇਆ ਸੀ। 3 ਬੱਚਿਆਂ ਦੀ ਪੜ੍ਹਾਈ ਲਿਖਾਈ, ਪਾਲਣ ਪੋਸ਼ਣ ਅਤੇ ਵਿਆਹ ਸ਼ਾਦੀ ਵਿੱਚ ਜੋ ਵੀ ਖਰਚ ਹੋਇਆ ਉਹ ਮਦਨ ਲਾਲ ਜੀ ਨੇ ਕੀਤਾ ਸੀ। ਪੁੱਤਾਂ ਦੇ ਵਿਆਹ ਵਿੱਚ ਵੀ ਮਦਨ ਲਾਲ ਜੀ ਨੇ ਹੀ ਪੈਸਾ ਲਗਾਇਆ ਸੀ। ਸੁਖਬੀਰ ਅਤੇ ਜਸਬੀਰ ਦੋਵੇਂ ਨੌਕਰੀ ਕਰਦੇ ਸੀ, ਜਦਕਿ ਮਦਨ ਲਾਲ ਜੀ ਦਾ ਆਪਣਾ ਕਾਰੋਬਾਰ ਸੀ। ਮਦਨ ਲਾਲ ਜੀ ਦੋਵੇਂ ਪੁੱਤਾਂ ਨੂੰ ਕਾਰੋਬਾਰ ਵਿੱਚ ਲਗਾਉਣਾ ਚਾਹੁੰਦੇ ਸੀ, ਪਰ ਸੁਖਬੀਰ ਅਤੇ ਜਸਬੀਰ ਦੋਵਾਂ ਨੂੰ ਕਾਰੋਬਾਰ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਦੋਵੇਂ ਹੀ ਨੌਕਰੀ ਕਰਨਾ ਚਾਹੁੰਦੇ ਸੀ। ਮਦਨ ਲਾਲ ਜੀ ਨੇ ਵੀ ਪੁੱਤਾਂ ਪਰ ਕੋਈ ਜ਼ੋਰ ਨਹੀਂ ਦਿੱਤਾ। ਕਰੀਅਰ ਚੁਣਨੇ ਦੇ ਲਈ ਦੋਵੇਂ ਪੁੱਤਾਂ ਨੂੰ ਉਹਨਾਂ ਨੇ ਪੂਰੀ ਛੂਟ ਦਿੱਤੀ ਸੀ। ਦੋਵੇਂ ਬੱਚੇ ਜੋ ਵੀ ਕਮਾਉਂਦੇ ਸੀ ਉਹ ਆਪਣੇ ਕੋਲ ਹੀ ਰੱਖਦੇ ਸੀ। ਘਰ ਦੇ ਖਾਣੇ ਦਾ ਖਰਚ, ਬਿਜਲੀ ਦਾ ਬਿੱਲ, ਗੈਸ ਸਿਲੰਡਰ ਦਾ ਖਰਚਾ ਅਤੇ ਘਰ ਦੇ ਬਾਕੀ ਜਿੰਨੇ ਵੀ ਖਰਚੇ ਸੀ ਉਹ ਮਦਨ ਲਾਲ ਜੀ ਹੀ ਕਰਿਆ ਕਰਦੇ ਸੀ।
ਘਰ ਘਰ ਮਦਨ ਲਾਲ ਜੀ ਦੇ ਪੈਸਿਆਂ ਪਰ ਹੀ ਚੱਲਦਾ ਸੀ ਅਤੇ ਉਸ ਦੇ ਉੱਪਰ ਇਹ ਹਾਲਾਤ ਸੀ ਕਿ ਦੋਵੇਂ ਬੱਚੇ ਕਿਸੇ ਨਾ ਕਿਸੇ ਬਹਾਨੇ ਤੋਂ ਮਹੀਨੇ ਵਿੱਚ ਕੁਝ ਨਾ ਕੁਝ ਰਕਮ ਆਪਣੇ ਪਿਤਾ ਜੀ ਤੋਂ ਕਢਵਾ ਹੀ ਲੈਂਦੇ ਸੀ। ਦੋਵੇਂ ਪੁੱਤਾਂ ਦੇ ਦੋ ਬੱਚੇ ਸੀ। ਦੋਵੇਂ ਨੂੰਹਾਂ ਵੀ ਠੀਕ ਠਾਕ ਸੀ। ਸੱਸ ਸਹੁਰੇ ਦੀ ਸੇਵਾ ਕਰਦੀ ਸੀ, ਕਦੀ ਉਹਨਾਂ ਦੇ ਸਾਹਮਣੇ ਬੋਲਦੀ ਨਹੀਂ ਸੀ। ਮਦਨ ਲਾਲ ਜੀ ਆਪਣੀ ਪਤਨੀ ਮਾਧਵੀ ਨਾਲ ਬਹੁਤ ਪਿਆਰ ਕਰਦੇ ਸੀ। ਮਾਧਵੀ ਦੇ ਉਹਨਾਂ ਦੇ ਜੀਵਨ ਵਿੱਚ ਆਉਣੇ ਤੋਂ ਪਹਿਲਾਂ ਉਹ ਕੁਝ ਵੀ ਨਹੀਂ ਸੀ। ਇੱਕ ਛੋਟੀ ਜਿਹੀ ਦੁਕਾਨ ਸੀ, ਆਮਦਨੀ ਵੀ ਇੰਨੀ ਨਹੀਂ ਸੀ ਅਤੇ ਜਦ ਤੋਂ ਮਾਧਵੀ ਉਹਨਾਂ ਦੇ ਜੀਵਨ ਵਿੱਚ ਆਈ ਸੀ, ਉਹਨਾਂ ਦੇ ਜੀਵਨ ਵਿੱਚ ਬਹਾਰ ਹੀ ਬਹਾਰ ਆ ਗਈ ਸੀ। ਕਾਰੋਬਾਰ ਚੰਗਾ ਫਲ ਫੁੱਲ ਗਿਆ ਸੀ। ਉਹਨਾਂ ਨੇ ਹੁਣ ਦੁਕਾਨ ਵੀ ਹੁਣ ਬਹੁਤ ਵੱਡੀ ਬਣਾ ਲਈ ਸੀ ਅਤੇ ਉਹਨਾਂ ਦੇ ਸਾਰੇ ਖਰਚੇ ਉਸੀ ਦੁਕਾਨ ਤੋਂ ਪੂਰੇ ਹੋ ਜਾਇਆ ਕਰਦੇ ਸੀ। ਇਸ ਲਈ ਉਹ ਆਪਣੇ ਪੁੱਤਾਂ ਤੋਂ ਕੁਝ ਵੀ ਨਹੀਂ ਲੈਂਦੇ ਸੀ। ਇੱਕ ਦਿਨ ਸ਼ਾਮ ਨੂੰ ਜਦ ਦੁਕਾਨ ਤੋਂ ਮਦਨ ਲਾਲ ਜੀ ਘਰ ਆਉਂਦੇ ਹਨ ਤਾਂ ਦੇਖਦੇ ਹਨ ਮਾਧਵੀ ਜੀ ਕੁਝ ਪਰੇਸ਼ਾਨ ਜਿਹੀ ਬੈਠੀ ਹੋਈ ਹਨ। ਮਦਨ ਲਾਲ ਜੀ ਮਾਧਵੀ ਜੀ ਦੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ, ਕਿਆ ਗੱਲ ਹੈ ਮਾਧਵੀ, ਤੂੰ ਇੰਨੀ ਪਰੇਸ਼ਾਨ ਜਿਹੀ ਕਿਉਂ ਲੱਗ ਰਹੀ ਹੈ? ਮਾਧਵੀ ਜੀ ਕਹਿੰਦੀ ਹਨ, ਪਤਾ ਨਹੀਂ ਕਿਆ ਹੋ ਗਿਆ ਹੈ, ਮੇਰਾ ਦਿਲ ਘਬਰਾ ਰਿਹਾ ਹੈ। ਕੱਲ੍ਹ ਤੋਂ ਮੋਢੇ ਵਿੱਚ ਬਹੁਤ ਦਰਦ ਹੈ। ਮੈਂ ਸੋਚਿਆ ਸੀ ਕਿ ਤੇਲ ਦੀ ਮਾਲਿਸ਼ ਕਰ ਲਵਾਂਗੀ ਤਾਂ ਠੀਕ ਹੋ ਜਾਵੇਗਾ। ਮਾਲਿਸ਼ ਕਰਨੇ ਨਾਲ ਵੀ ਕੁਝ ਨਹੀਂ ਹੋਇਆ। ਤਾਂ ਮਦਨ ਲਾਲ ਜੀ ਕਹਿੰਦੇ ਹਨ, ਅਰੇ ਤੂੰ ਕਿਉਂ ਘਬਰਾ ਰਹੀ ਹੈ, ਕਿਉਂ ਪਰੇਸ਼ਾਨ ਹੋ ਰਹੀ ਹੈ? ਕੱਲ੍ਹ ਨੂੰ ਮੇਰੀ ਛੁੱਟੀ ਹੈ, ਮੈਂ ਸਵੇਰੇ ਹੀ ਤੈਨੂੰ ਡਾਕਟਰ ਦੇ ਲੈ ਕੇ ਚੱਲੂੰਗਾ। ਮਾਧਵੀ ਗੌਰ ਨਾਲ ਮਦਨ ਲਾਲ ਜੀ ਦੇ ਚਿਹਰੇ ਨੂੰ ਦੇਖਣ ਲੱਗਦੀ ਹਨ। ਮਦਨ ਲਾਲ ਜੀ ਕਹਿੰਦੇ ਹਨ, ਕਿਆ ਹੋਇਆ ਮਾਧਵੀ, ਤੂੰ ਮੈਨੂੰ ਇੰਨੀ ਗੌਰ ਨਾਲ ਕਿਉਂ ਦੇਖ ਰਹੀ ਹੈ? ਮਾਧਵੀ ਜੀ ਕਹਿੰਦੀ ਹਨ, ਕੁਝ ਨਹੀਂ, ਬਸ ਇਵੇਂ ਹੀ ਦੇਖ ਰਹੀ ਸੀ। ਅਗਲੀ ਸਵੇਰ ਮਦਨ ਲਾਲ ਜੀ ਮਾਧਵੀ ਜੀ ਨੂੰ ਸਕੂਟਰ ਪਰ ਬਿਠਾ ਕੇ ਡਾਕਟਰ ਦੇ ਲੈ ਕੇ ਜਾਂਦੇ ਹਨ। ਮਦਨ ਲਾਲ ਜੀ ਜਾ ਹੀ ਰਹੇ ਹੁੰਦੇ ਹਨ ਕਿ ਸਾਹਮਣੇ ਤੋਂ ਇੱਕ ਮੋਟਰਸਾਈਕਲ ਤੇਜ਼ੀ ਨਾਲ ਆਉਂਦਾ ਹੈ। ਉਹ ਮੋਟਰਸਾਈਕਲ ਵਾਲਾ ਮੋਟਰਸਾਈਕਲ ਇੰਨੀ ਤੇਜ਼ੀ ਨਾਲ ਚਲਾ ਰਿਹਾ ਸੀ ਕਿ ਮਦਨ ਲਾਲ ਜੀ ਦਾ ਬੈਲੈਂਸ ਵਿਗੜ ਜਾਂਦਾ ਹੈ। ਮਦਨ ਲਾਲ ਜੀ ਤਾਂ ਸੰਭਲ ਜਾਂਦੇ ਹਨ, ਪਰ ਪਿੱਛੇ ਬੈਠੀ ਹੋਈ ਮਾਧਵੀ ਜੀ ਨੀਚੇ ਗਿਰ ਜਾਂਦੀ ਹਨ ਅਤੇ ਉਹਨਾਂ ਦੇ ਸਿਰ ਪਰ ਸੱਟ ਲੱਗ ਜਾਂਦੀ ਹੈ। ਮਦਨ ਲਾਲ ਜੀ ਜਲਦੀ ਨਾਲ ਸਕੂਟਰ ਖੜਾ ਕਰਕੇ ਸਕੂਟਰ ਤੋਂ ਨੀਚੇ ਉਤਰਦੇ ਹਨ ਅਤੇ ਮਾਧਵੀ ਜੀ ਨੂੰ ਦੇਖਦੇ ਹਨ। ਮਾਧਵੀ ਜੀ ਮਦਨ ਲਾਲ ਜੀ ਨੂੰ ਦੇਖਦੀ ਹਨ ਅਤੇ ਆਪਣੀ ਅੱਖਾਂ ਬੰਦ ਕਰ ਲੈਂਦੀ ਹਨ। ਮਦਨ ਲਾਲ ਜੀ ਘਬਰਾ ਜਾਂਦੇ ਹਨ। ਉਹ ਮਾਧਵੀ ਜੀ ਨੂੰ ਆਵਾਜ਼ ਦਿੰਦੇ ਹਨ, ਪਰ ਮਾਧਵੀ ਜੀ ਉਹਨਾਂ ਦੀ ਆਵਾਜ਼ ਦਾ ਕੋਈ ਜਵਾਬ ਨਹੀਂ ਦਿੰਦੀ ਹਨ। ਮਦਨ ਲਾਲ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਆ ਕਰਨ। ਜਦੀ ਉੱਥੇ ਇੱਕ ਗੱਡੀ ਗੁਜ਼ਰ ਰਹੀ ਹੁੰਦੀ ਹੈ। ਮਦਨ ਲਾਲ ਜੀ ਉਸ ਗੱਡੀ ਵਾਲੇ ਨੂੰ ਬੇਨਤੀ ਕਰਦੇ ਹਨ। ਉਹ ਗੱਡੀ ਵਾਲਾ ਮੰਨ ਜਾਂਦਾ ਹੈ। ਮਦਨ ਲਾਲ ਜੀ ਆਪਣਾ ਸਕੂਟਰ ਉੱਥੇ ਹੀ ਖੜਾ ਕਰ ਦਿੰਦੇ ਹਨ ਅਤੇ 2-3 ਆਦਮੀਆਂ ਦੀ ਮਦਦ ਨਾਲ ਮਾਧਵੀ ਜੀ ਨੂੰ ਗੱਡੀ ਵਿੱਚ ਬਿਠਾ ਕੇ ਹੌਸਪੀਟਲ ਲੈ ਜਾਂਦੇ ਹਨ। ਮਦਨ ਲਾਲ ਜੀ ਗੱਡੀ ਵਿੱਚ ਬੈਠਦੇ ਹੀ ਆਪਣੇ 3 ਬੱਚਿਆਂ ਨੂੰ ਫੋਨ ਕਰ ਦਿੰਦੇ ਹਨ। ਮਦਨ ਲਾਲ ਜੀ ਮਾਧਵੀ ਜੀ ਨੂੰ ਲੈ ਕੇ ਹਸਪਤਾਲ ਪਹੁੰਚਦੇ ਹਨ। ਮਾਧਵੀ ਜੀ ਨੂੰ ਜਲਦੀ ਸਟਰੈਚਰ ਪਰ ਲਿਟਾਇਆ ਜਾਂਦਾ ਹੈ ਅਤੇ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾਂਦਾ ਹੈ। ਮਦਨ ਲਾਲ ਜੀ ਬੇਸੁੱਧ ਖੜੇ ਰਹਿੰਦੇ ਹਨ ਅਤੇ ਆਪਰੇਸ਼ਨ ਥੀਏਟਰ ਦੀ ਤਰਫ ਦੇਖਦੇ ਰਹਿੰਦੇ ਹਨ। ਜਦੀ ਉੱਥੇ ਉਹਨਾਂ ਦੀ ਧੀ ਅਤੇ ਜਵਾਈ ਆਉਂਦੇ ਹਨ ਅਤੇ ਮਦਨ ਲਾਲ ਜੀ ਨੂੰ ਤਸੱਲੀ ਦਿੰਦੇ ਹਨ।
ਫਿਰ ਉੱਥੇ ਮਦਨ ਲਾਲ ਜੀ ਦੇ ਦੋਵੇਂ ਪੁੱਤ ਨੂੰ ਆਉਂਦੇ ਹਨ। ਮਦਨ ਲਾਲ ਜੀ ਆਪਰੇਸ਼ਨ ਥੀਏਟਰ ਦੇ ਬਾਹਰ ਹੀ ਇੱਧਰ ਤੋਂ ਉੱਧਰ ਚੱਕਰ ਕੱਟਦੇ ਰਹੇ। ਕੁਝ ਸਮੇਂ ਬਾਅਦ ਜਦ ਡਾਕਟਰ ਬਾਹਰ ਆਉਂਦਾ ਹੈ ਤਾਂ ਮਦਨ ਲਾਲ ਜੀ ਹੜਬੜਾ ਕੇ ਪੁੱਛਦੇ ਹਨ ਤਾਂ ਡਾਕਟਰ ਬੋਲਦਾ ਹੈ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ, ਆਪਰੇਸ਼ਨ ਵੀ ਕਾਮਯਾਬ ਹੋ ਗਿਆ ਹੈ, ਪਰ ਸਿਰ ਵਿੱਚ ਗਹਿਰੀ ਸੱਟ ਆਉਣੇ ਦੇ ਕਾਰਨ ਹੁਣੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਬਾਕੀ ਹੋਸ਼ ਆਉਣੇ ਦੇ ਬਾਅਦ ਹੀ ਪਤਾ ਚੱਲੇਗਾ। ਇਹ ਸੁਣ ਕੇ ਮਦਨ ਲਾਲ ਜੀ ਦਾ ਦਿਲ ਬੈਠ ਜਾਂਦਾ ਹੈ ਅਤੇ ਬੇਸੁੱਧ ਜਿਹੇ ਹੋ ਕੇ ਬੈਠ ਜਾਂਦੇ ਹਨ ਅਤੇ ਮਾਧਵੀ ਦੇ ਹੋਸ਼ ਵਿੱਚ ਆਉਣੇ ਦਾ ਇੰਤਜ਼ਾਰ ਕਰਦੇ ਹਨ। ਮਾਧਵੀ ਨੂੰ ਆਪਰੇਸ਼ਨ ਥੀਏਟਰ ਤੋਂ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਮਦਨ ਲਾਲ ਜੀ ਮਾਧਵੀ ਨੂੰ ਦੇਖਣੇ ਅਤੇ ਮਿਲਣੇ ਦੇ ਲਈ ਬੋਲਦੇ ਹਨ ਤਾਂ ਡਾਕਟਰ ਉਹਨਾਂ ਨੂੰ ਮਨਾ ਕਰ ਦਿੰਦੇ ਹਨ। ਜਦ ਤੱਕ ਹੋਸ਼ ਨਹੀਂ ਆਉਂਦਾ ਤਦ ਤੱਕ ਕੋਈ ਵੀ ਮਾਧਵੀ ਜੀ ਨਾਲ ਨਹੀਂ ਮਿਲ ਸਕਦਾ। ਮਦਨ ਲਾਲ ਜੀ ਬਾਹਰ ਬੈਠ ਕੇ ਇੰਤਜ਼ਾਰ ਕਰਦੇ ਰਹਿੰਦੇ ਹਨ। ਘੜੀ ਦੀ ਸੂਈ ਘੁੰਮਦੀ ਰਹਿੰਦੀ ਹੈ। ਮਦਨ ਲਾਲ ਅਤੇ ਬਾਕੀ ਸਭ ਨੂੰ ਇੰਤਜ਼ਾਰ ਕਰਦੇ ਕਰਦੇ 4 ਘੰਟੇ ਹੋ ਜਾਂਦੇ ਹਨ। ਮਦਨ ਲਾਲ ਜੀ ਦੀ ਜਾਨ ਗਲੇ ਵਿੱਚ ਅਟਕੀ ਹੋਈ ਸੀ। ਵਾਰ-ਵਾਰ ਖੜੇ ਹੁੰਦੇ, ਵਾਰ-ਵਾਰ ਬੈਠਦੇ, ਇੱਧਰ ਉੱਧਰ ਘੁੰਮਦੇ ਅਤੇ ਫਿਰ ਬੈਠ ਜਾਂਦੇ ਹਨ। ਪੁੱਤ ਨੂੰ ਤਾਂ ਥੱਕ ਹਾਰ ਕੇ ਘਰ ਚਲਦੇ ਬਣਦੇ ਹਨ। ਧੀ ਅਤੇ ਜਵਾਈ ਮਦਨ ਲਾਲ ਜੀ ਨੂੰ ਦਿਲਾਸਾ ਦਿੰਦੇ ਰਹਿੰਦੇ ਹਨ ਅਤੇ ਖਾਣਾ ਖਾਣ ਲਈ ਬੋਲਦੇ ਹਨ, ਪਰ ਮਦਨ ਲਾਲ ਜੀ ਮਨਾ ਕਰ ਦਿੰਦੇ ਹਨ ਅਤੇ ਮਦਨ ਲਾਲ ਜੀ ਆਪਣੀ ਧੀ ਅਤੇ ਜਵਾਈ ਨੂੰ ਘਰ ਭੇਜ ਦਿੰਦੇ ਹਨ। ਮਦਨ ਲਾਲ ਜੀ ਦੇ ਸਦਮੇ ਵਿੱਚ ਬੈਠੇ ਰਹਿੰਦੇ ਹਨ। ਆਪਣਾ ਸਿਰ ਦੀਵਾਰ ਪਰ ਲਗਾ ਕੇ ਅੱਖਾਂ ਬੰਦ ਕਰਦੇ ਹਨ ਤਾਂ ਸਾਹਮਣੇ ਮਾਧਵੀ ਨੂੰ ਪਾਉਂਦੇ ਹਨ ਅਤੇ ਅਤੀਤ ਦੀ ਦੁਨੀਆ ਵਿੱਚ ਗੁਆਚ ਜਾਂਦੇ ਹਨ। ਜਿੱਥੇ ਵੱਡੇ ਪੁੱਤ ਜਸਬੀਰ ਦੇ ਵਿਆਹ ਵਿੱਚ ਮਾਧਵੀ ਜੀ ਢੋਲਕੀ ਵਜਾ ਰਹੀ ਸੀ ਅਤੇ ਮਦਨ ਲਾਲ ਨੂੰ ਦੇਖ-ਦੇਖ ਗੀਤ ਗਾ ਰਹੀ ਸੀ। ਸਭੀ ਬੱਚੇ ਵੀ ਮਦਨ ਲਾਲ ਅਤੇ ਮਾਧਵੀ ਜੀ ਦੇ ਅੱਖਾਂ ਦੇ ਇਸ਼ਾਰੇ ਨੂੰ ਦੇਖ ਰਹੇ ਸੀ ਅਤੇ ਹੱਸ ਰਹੇ ਸੀ। ਤਾਂ ਮਦਨ ਲਾਲ ਜੀ ਕਹਿੰਦੇ ਹਨ ਕਿ ਕਿਆ ਪ੍ਰੇਮ ਕਹਾਣੀ ਸਿਰਫ ਤੁਸੀਂ ਬੱਚਿਆਂ ਦੀ ਹੀ ਹੁੰਦੀ ਹੈ, ਕਿਆ ਅਸੀਂ ਜੈਸੇ ਬਜ਼ੁਰਗਾਂ ਦੀ ਨਹੀਂ ਹੋ ਸਕਦੀ। ਤਾਂ ਸੁਖਬੀਰ, ਜਸਬੀਰ ਅਤੇ ਸ਼ੀਤਲ ਆਪਣੀ ਮਾਂ ਨੂੰ ਚੁੱਕ ਕੇ ਆਪਣੇ ਪਿਤਾ ਜੀ ਦੇ ਕੋਲ ਖੜਾ ਕਰ ਦਿੰਦੇ ਹਨ ਅਤੇ ਤਿੰਨੋਂ ਬੱਚੇ ਉਹਨਾਂ ਤੋਂ ਡਾਂਸ ਕਰਨੇ ਦੀ ਮੰਗ ਕਰਦੇ ਹਨ। ਹੁਣ ਘਰ ਵਿੱਚ ਵਿਆਹ ਦਾ ਮਾਹੌਲ ਸੀ। ਬੱਚਿਆਂ ਦੀ ਜਿੱਦ ਦੇ ਅੱਗੇ ਝੁਕਣਾ ਪਿਆ ਅਤੇ ਮਦਨ ਲਾਲ ਜੀ ਅਤੇ ਮਾਧਵੀ ਜੀ ਨੇ ਹੌਲੀ-ਹੌਲੀ 2-4 ਡਾਂਸ ਸਟੈਪਸ ਕੀਤੇ ਅਤੇ ਫਿਰ ਮਾਧਵੀ ਜੀ ਸ਼ਰਮਾ ਕੇ ਕਮਰੇ ਵਿੱਚ ਚਲੀ ਗਈ। ਸਰ, ਤੁਹਾਡੀ ਪਤਨੀ ਨੂੰ ਹੋਸ਼ ਆ ਗਿਆ ਹੈ। ਜਦੀ ਕਿਸੇ ਨੇ ਆ ਕੇ ਕਿਹਾ ਤਾਂ ਮਦਨ ਲਾਲ ਜੀ ਅਤੀਤ ਤੋਂ ਬਾਹਰ ਆ ਗਏ ਅਤੇ ਬਹੁਤ ਉਤਸ਼ਾਹਿਤ ਹੋ ਕੇ ਖੜੇ ਹੋਏ ਅਤੇ ਮਾਧਵੀ ਜੀ ਦੇ ਕੋਲ ਗਏ। ਮਾਧਵੀ ਜੀ ਹੋਸ਼ ਵਿੱਚ ਤਾਂ ਆ ਚੁੱਕੀ ਸੀ, ਪਰ ਇੱਕ ਮਰੇ ਹੋਏ ਵਿਅਕਤੀ ਵਾਂਗ। ਮਾਧਵੀ ਜੀ ਕੋਮਾ ਵਿੱਚ ਜਾ ਚੁੱਕੀ ਸੀ, ਜੋ ਸਿਰਫ ਸੁਣ ਸਕਦੀ ਸੀ, ਦੇਖ ਸਕਦੀ ਸੀ, ਪਰ ਨਾ ਹਿੱਲ ਸਕਦੀ ਸੀ, ਨਾ ਚੱਲ ਸਕਦੀ ਸੀ, ਨਾ ਹੀ ਬੋਲ ਸਕਦੀ ਸੀ। ਮਦਨ ਲਾਲ ਜੀ ਇੱਕ ਟੱਕ ਮਾਧਵੀ ਜੀ ਨੂੰ ਦੇਖਦੇ ਰਹੇ। ਬਹੁਤ ਦੇਰ ਤੱਕ ਦੇਖਣੇ ਦੇ ਬਾਅਦ ਬੋਲੇ, ਮਾਧਵੀ, ਤੈਨੂੰ ਇਸ ਹਾਲਤ ਵਿੱਚ ਦੇਖ ਕੇ ਅੱਜ ਮੇਰੇ ਪਰ ਕਿਆ ਗੁਜ਼ਰ ਰਹੀ ਹੈ, ਮੈਂ ਦੱਸ ਵੀ ਨਹੀਂ ਸਕਦਾ। ਤੂੰ ਤਾਂ ਡਾਕਟਰ ਦੇ ਜਾਣੇ ਦੇ ਲਈ ਮਨਾ ਕਰ ਰਹੀ ਸੀ। ਅੱਜ ਜੇਕਰ ਮੈਂ ਤੈਨੂੰ ਡਾਕਟਰ ਦੇ ਜਾਣੇ ਦੀ ਜਿੱਦ ਨਾ ਕੀਤੀ ਹੁੰਦੀ ਤਾਂ ਤੂੰ ਇਸ ਹਾਲਤ ਵਿੱਚ ਨਾ ਹੁੰਦੀ। ਮੈਂ ਹੀ ਇਸ ਸਭ ਦਾ ਜ਼ਿੰਮੇਵਾਰ ਹਾਂ। ਕਾਸ਼ ਕਿ ਤੇਰੀ ਜਗ੍ਹਾ ਮੈਨੂੰ ਸੱਟ ਲੱਗੀ ਹੁੰਦੀ। ਇਸ ਬੈੱਡ ਪਰ ਤੂੰ ਨਹੀਂ, ਮੈਂ ਹੁੰਦਾ। ਮਦਨ ਲਾਲ ਜੀ ਮਾਧਵੀ ਜੀ ਦਾ ਹੱਥ ਆਪਣੇ ਹੱਥ ਵਿੱਚ ਲੈਂਦੇ ਹਨ ਅਤੇ ਕਹਿੰਦੇ ਹਨ, ਮਾਧਵੀ, ਤੂੰ ਹੀ ਤਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ।
ਮੇਰੇ ਜੀਵਨ ਦਾ ਸੁੱਖ ਹੈ। ਮੇਰੀ ਕਹੀ ਅਣਕਹੀ ਗੱਲਾਂ ਹੋ। ਤੂੰ ਕੁਝ ਕਿਉਂ ਨਹੀਂ ਬੋਲਦੀ ਹੈ? ਕੁਝ ਤਾਂ ਬੋਲੋ। ਤੂੰ ਹਮੇਸ਼ਾ ਮੈਨੂੰ ਕਹਿੰਦੀ ਰਹਿੰਦੀ ਹੈ, ਬੱਚਿਆਂ ਨੂੰ ਵਿਗਾੜ ਰਹੇ ਹੋ ਪੈਸੇ ਦੇ ਕੇ। ਦੇਖੋ, ਮੈਂ ਅੱਜ ਵੀ ਸੁਖਬੀਰ ਅਤੇ ਜਸਬੀਰ ਨੂੰ ਪੈਸੇ ਦਿੱਤੇ ਹਨ। ਮੈਨੂੰ ਕੁਝ ਤਾਂ ਬੋਲੋ ਮਾਧਵੀ, ਤੂੰ ਸੁਣ ਰਹੀ ਹੈ ਨਾ ਸਭ? ਪਰ ਵਕਤ ਨੇ ਐਸਾ ਜ਼ਖਮ ਦਿੱਤਾ ਕਿ ਮਾਧਵੀ ਨੂੰ ਲਾਚਾਰ ਬਣਾ ਦਿੱਤਾ। ਉਹ ਬੋਲੇ ਵੀ ਤਾਂ ਕਿਆ ਬੋਲੇ, ਕਿਵੇਂ ਬੋਲੇ, ਜਦ ਉਸਦੀ ਜ਼ੁਬਾਨ ਹੀ ਉਸਦਾ ਸਾਥ ਨਹੀਂ ਦੇ ਰਹੀ ਸੀ। ਉਹ ਮਦਨ ਲਾਲ ਜੀ ਦਾ ਹੱਥ ਪਕੜੇ ਵੀ ਤਾਂ ਕਿਵੇਂ ਪਕੜੇ, ਜਦ ਉਸਦੇ ਹੱਥ ਹੀ ਉਸਦਾ ਸਾਥ ਹੀ ਨਹੀਂ ਦੇ ਰਹੇ ਸੀ। ਮਾਧਵੀ ਜੀ ਦੀ ਅੱਖਾਂ ਤੋਂ ਹੰਝੂ ਵਹਿੰਦੇ ਜਾ ਰਹੇ ਸੀ। ਮਦਨ ਲਾਲ ਜੀ ਨੇ ਦੇਖਿਆ ਤਾਂ ਰੋਣ ਲੱਗੇ ਅਤੇ ਮਾਧਵੀ ਜੀ ਦੇ ਗਲੇ ਲੱਗ ਗਏ। ਤੂੰ ਚਿੰਤਾ ਨਾ ਕਰ ਮਾਧਵੀ, ਤੂੰ ਜਲਦੀ ਠੀਕ ਹੋ ਜਾਵੇਂਗੀ। ਦੇਖਣਾ, ਤੂੰ ਜਲਦੀ ਹੀ ਮੇਰੇ ਨਾਲ ਖੁਦ ਇੱਥੇ ਤੋਂ ਚੱਲ ਕੇ ਜਾਊਂਗੀ। ਅਤੇ ਇਸੀ ਤਰ੍ਹਾਂ ਮਾਧਵੀ ਜੀ ਦੀ ਸੇਵਾ ਕਰਦੇ ਕਰਦੇ ਮਦਨ ਲਾਲ ਜੀ ਨੂੰ ਇੱਕ ਹਫ਼ਤਾ ਗੁਜ਼ਰ ਜਾਂਦਾ ਹੈ। ਮਦਨ ਲਾਲ ਜੀ ਕਦੀ ਖਾ ਪੀ ਲੈਂਦੇ, ਕਦੀ ਨਹੀਂ, ਪਰ ਮਾਧਵੀ ਜੀ ਦਾ ਪੂਰਾ ਖਿਆਲ ਰੱਖਦੇ ਸੀ। ਮਦਨ ਲਾਲ ਜੀ ਦੇ ਪੁੱਤ ਨੂੰ ਮਦਨ ਲਾਲ ਜੀ ਅਤੇ ਮਾਧਵੀ ਜੀ ਦੀ ਕੋਈ ਖਬਰ ਨਾ ਲੈਂਦੇ। ਮੁਸ਼ਕਿਲ ਨਾਲ 1-2 ਵਾਰ ਹੀ ਬੇਟੇ ਨੂੰਹਾਂ ਆਪਣੀ ਮਾਂ ਨੂੰ ਦੇਖਣ ਆਏ ਸੀ। ਉਸਦੇ ਇਲਾਵਾ ਕਦੀ ਹਸਪਤਾਲ ਆ ਕੇ ਨਾ ਦੇਖਦੇ। ਧੀ ਸ਼ੀਤਲ ਅਤੇ ਜਵਾਈ ਆਉਂਦੇ ਅਤੇ ਮਦਨ ਲਾਲ ਜੀ ਨੂੰ ਖਾਣਾ ਖਿਲਾ ਕੇ ਚਲੇ ਜਾਂਦੇ ਸੀ। ਸ਼ੀਤਲ ਅਕਸਰ ਆਪਣੇ ਪਿਤਾ ਜੀ ਦੇ ਕੋਲ ਬੈਠ ਦਿਲਾਸਾ ਦਿੰਦੀ ਰਹਿੰਦੀ ਸੀ। ਦੂਜੇ ਪਾਸੇ ਮਦਨ ਲਾਲ ਜੀ ਦੇ ਕਾਰੋਬਾਰ ਪਰ ਵੀ ਤਾਲਾ ਲੱਗ ਚੁੱਕਾ ਸੀ। ਮਦਨ ਲਾਲ ਜੀ ਮਾਧਵੀ ਜੀ ਦੀ ਦਿਨ ਰਾਤ ਸੇਵਾ ਕਰਦੇ ਰਹੇ, ਪਰ ਮਾਧਵੀ ਜੀ ਦੀ ਸਿਹਤ ਦਿਨ ਪਰ ਦਿਨ ਹੋਰ ਗਿਰਦੀ ਜਾ ਰਹੀ ਸੀ। ਉਹ ਠੀਕ ਹੋਣੇ ਦੀ ਬਜਾਏ ਹੋਰ ਕਮਜ਼ੋਰ ਹੁੰਦੀ ਜਾ ਰਹੀ ਸੀ ਅਤੇ ਪੂਰੇ 1 ਮਹੀਨੇ ਬਾਅਦ ਜਦ ਮਾਧਵੀ ਜੀ ਨੇ ਆਪਣੀ ਅੱਖਾਂ ਪੂਰੀ ਤਰ੍ਹਾਂ ਬੰਦ ਕਰ ਲਈ ਤਾਂ ਮਦਨ ਲਾਲ ਜੀ ਨੂੰ ਗਹਿਰਾ ਸਦਮਾ ਪਹੁੰਚਿਆ। ਦਿਨ ਰਾਤ ਸੇਵਾ ਕਰਨੇ ਦੇ ਬਾਅਦ ਵੀ ਉਹ ਆਪਣੀ ਪਤਨੀ ਨੂੰ ਨਹੀਂ ਬਚਾ ਪਾਏ। ਇਹ ਗੱਲ ਉਹਨਾਂ ਦੇ ਦਿਲ ਪਰ ਵਾਰ ਕਰ ਰਹੀ ਸੀ। ਮਾਧਵੀ ਜੀ ਨੂੰ ਮਰੀ ਹੋਈ ਦੇਖ ਕੇ ਮਦਨ ਲਾਲ ਜੀ ਦਾ ਦਿਲ ਤੜਫ ਰਿਹਾ ਸੀ। ਹੱਸਦੀ ਖੇਲਦੀ ਮਾਧਵੀ ਹੁਣ ਉਹਨਾਂ ਦੇ ਸਾਹਮਣੇ ਮਰੀ ਹੋਈ ਪਈ ਹੋਈ ਸੀ। ਉਹ ਅੰਦਰ ਹੀ ਅੰਦਰ ਮਾਧਵੀ ਜੀ ਦੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਮੰਨ ਰਹੇ ਸੀ। ਮਦਨ ਲਾਲ ਜੀ ਦੇ ਸਾਹਮਣੇ ਮਾਧਵੀ ਦੀ ਸਾਰੀ ਗੱਲਾਂ, ਸਾਰੀ ਯਾਦਾਂ ਖੜੀ ਸੀ। ਮਾਧਵੀ ਜੀ ਦਾ ਕਿਰਿਆਕਰਮ ਕੀਤਾ ਤਾਂ ਮਾਧਵੀ ਜੀ ਦੀ ਚਿਤਾ ਦੇ ਅੱਗੇ ਰਾਤ ਤੱਕ ਬੈਠੇ ਰਹੇ। ਫਿਰ ਮਦਨ ਲਾਲ ਜੀ ਦਾ ਜਵਾਈ ਮਦਨ ਜੀ ਨੂੰ ਘਰ ਲੈ ਕੇ ਗਿਆ। ਘਰ ਆਉਂਦੇ ਹੋਏ ਮਦਨ ਲਾਲ ਜੀ ਦੇ ਕਦਮ ਲੜਖੜਾ ਰਹੇ ਸੀ। ਇਸ ਘਰ ਵਿੱਚ ਮਾਧਵੀ ਦੀ ਕਿੰਨੀ ਯਾਦਾਂ ਹਨ। ਜਿਵੇਂ ਜਿਵੇਂ ਅੰਦਰ ਕਦਮ ਰੱਖਦੇ ਮਾਧਵੀ ਹਰ ਜਗ੍ਹਾ ਖੜੀ ਮਿਲਦੀ। ਬੜੀ ਮੁਸ਼ਕਿਲ ਨਾਲ ਆਪਣੇ ਕਮਰੇ ਤੱਕ ਪਹੁੰਚੇ ਅਤੇ ਉਸ ਕਮਰੇ ਦੇ ਹੀ ਹੋ ਕੇ ਰਹਿ ਗਏ। ਮਾਧਵੀ ਜੀ ਤਾਂ ਇਸ ਦੁਨੀਆ ਤੋਂ ਚਲੀ ਗਈ ਸੀ। ਮਦਨ ਲਾਲ ਜੀ ਵੀ ਮਹੀਨੇ ਦੇ ਅੰਦਰ ਅੰਦਰ ਬਹੁਤ ਕਮਜ਼ੋਰ ਹੋ ਗਏ ਸੀ। ਕਾਰੋਬਾਰ ਵੀ ਬੰਦ ਹੋ ਚੁੱਕਾ ਸੀ। ਮਦਨ ਲਾਲ ਜੀ ਦੇ ਕੋਲ ਜੋ ਪੈਸਾ ਸੀ ਉਹ ਮਾਧਵੀ ਜੀ ਦੇ ਇਲਾਜ ਵਿੱਚ ਖਰਚ ਹੋ ਚੁੱਕਾ ਸੀ ਅਤੇ ਕਾਰੋਬਾਰ ਵਿੱਚ ਵੀ ਘਾਟਾ ਹੋ ਰਿਹਾ ਸੀ। ਹੁਣ ਮਦਨ ਲਾਲ ਜੀ ਬਿਲਕੁਲ ਖਾਲੀ ਹੋ ਚੁੱਕੇ ਸੀ। ਉਹਨਾਂ ਦੇ ਕੋਲ ਹੁਣ ਕੋਈ ਜਮ੍ਹਾਂ ਪੂੰਜੀ ਨਹੀਂ ਬਚੀ ਸੀ। ਬੇਟੇ ਨੂੰਹਾਂ ਮਦਨ ਲਾਲ ਜੀ ਨੂੰ ਕਾਰੋਬਾਰ ਖੋਲ੍ਹਣੇ ਦੇ ਲਈ ਬੋਲਦੇ, ਪਰ ਮਦਨ ਲਾਲ ਜੀ ਬਾਹਰ ਹੀ ਨਹੀਂ ਜਾਂਦੇ ਸੀ ਅਤੇ ਖੁਦ ਨਾਲ ਗੱਲਾਂ ਕਰਦੇ ਰਹਿੰਦੇ। 1-1.5 ਮਹੀਨੇ ਤੱਕ ਤਾਂ ਦੋਵੇਂ ਬੱਚਿਆਂ ਨੇ ਕਿਸੇ ਤਰ੍ਹਾਂ ਕੰਮ ਚਲਾ ਲਿਆ, ਘਰ ਦਾ ਖਰਚਾ ਚੁੱਕ ਲਿਆ, ਪਰ ਹੁਣ ਘਰ ਦੇ ਖਰਚੇ ਦੇ ਲਈ ਦੋਵੇਂ ਭਾਈਆਂ ਵਿੱਚ ਝਗੜਾ ਹੋਣ ਲੱਗਾ ਸੀ।
ਉਹ ਇੱਕ ਦੂਸਰੇ ਨੂੰ ਖਰਚ ਕਰਨੇ ਦੇ ਲਈ ਕਹਿਣ ਲੱਗੇ। ਵੱਡਾ ਭਾਈ ਛੋਟੇ ਭਾਈ ਨੂੰ ਕਹਿੰਦਾ ਖਰਚ ਦੇ ਲਈ, ਅਤੇ ਛੋਟਾ ਭਾਈ ਵੱਡੇ ਭਾਈ ਨੂੰ ਕਹਿੰਦਾ ਖਰਚ ਦੇ ਲਈ। ਦੋਵੇਂ ਭਾਈ ਆਪਣੇ 1-1 ਰੁਪਏ ਦਾ ਹਿਸਾਬ ਜੋੜ ਰਹੇ ਸੀ ਕਿ ਮੇਰੇ ਇੰਨੇ ਪੈਸੇ ਖਰਚ ਹੋ ਗਏ ਅਤੇ ਮੇਰੇ ਇੰਨੇ ਪੈਸੇ ਖਰਚ ਹੋ ਗਏ। ਮਦਨ ਲਾਲ ਜੀ ਇਹ ਸਭ ਗੱਲਾਂ ਸੁਣਦੇ ਰਹਿੰਦੇ ਸੀ। ਹੌਲੀ-ਹੌਲੀ ਦੋਵੇਂ ਭਾਈਆਂ ਵਿੱਚ ਝਗੜਾ ਜ਼ਿਆਦਾ ਹੋ ਗਿਆ ਤਾਂ ਦੋਵੇਂ ਭਾਈਆਂ ਨੇ ਆਪਣੀ ਰਸੋਈ ਅਲੱਗ-ਅਲੱਗ ਕਰ ਲਈ। ਹੁਣ ਸਵਾਲ ਉੱਠਦਾ ਸੀ ਕਿ ਪਿਤਾ ਜੀ ਨੂੰ ਖਾਣਾ ਕੌਣ ਦੇਵੇਗਾ। ਇਸ ਪਰ ਵੀ ਦੋਨਾਂ ਵਿੱਚ ਝਗੜਾ ਹੋਣ ਲੱਗਾ। ਇੱਕ ਟਾਈਮ ਦਾ ਖਾਣਾ ਵੱਡੇ ਭਾਈ ਨੇ ਕਰ ਲਿਆ ਤਾਂ ਦੂਸਰੇ ਟਾਈਮ ਦਾ ਖਾਣਾ ਛੋਟੇ ਭਾਈ ਨੇ ਕਰ ਲਿਆ। ਹੁਣ ਨਾਸ਼ਤੇ ਦੇ ਉੱਪਰ ਝਗੜਾ ਹੋ ਰਿਹਾ ਸੀ ਕਿ ਨਾਸ਼ਤਾ ਕੌਣ ਦੇਵੇਗਾ। ਤਾਂ ਤੈਅ ਹੋਇਆ ਕਿ ਨਾਸ਼ਤਾ ਇੱਕ ਦਿਨ ਇੱਕ ਭਾਈ ਦੇਵੇਗਾ ਅਤੇ ਇੱਕ ਦਿਨ ਇੱਕ ਭਾਈ ਦੇਵੇਗਾ। ਫਿਰ ਦੋਵੇਂ ਭਾਈ ਮਿਲ ਕੇ ਪਿਤਾ ਜੀ ਦੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ, ਪਿਤਾ ਜੀ ਹੋਰ ਕਦ ਤੱਕ ਮਾਂ ਦੇ ਮਰਨੇ ਦਾ ਸੋਗ ਮਨਾਓਗੇ? 1 ਮਹੀਨੇ ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ ਅਤੇ ਤੁਹਾਡਾ ਸੋਗ ਖਤਮ ਹੋਣੇ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਹੁਣ ਇਸ ਮਾਤਮ ਦੀ ਦੁਨੀਆ ਤੋਂ ਬਾਹਰ ਆਓ ਅਤੇ ਆਪਣਾ ਕਾਰੋਬਾਰ ਸੰਭਾਲੋ। ਘਰ ਦੇ ਇੰਨੇ ਖਰਚੇ ਹਨ, ਬਿਨਾਂ ਕੰਮ ਦੇ ਕਿਵੇਂ ਪੂਰੇ ਹੋਣਗੇ? ਦੋਵੇਂ ਪੁੱਤ ਕਹਿ ਕੇ ਚਲੇ ਜਾਂਦੇ ਹਨ, ਪਰ ਕਿਆ ਕਹਿ ਕੇ ਗਏ ਹਨ ਇਸ ਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ। ਮਦਨ ਲਾਲ ਜੀ ਗਹਿਰੀ ਸੋਚ ਵਿੱਚ ਪੈ ਜਾਂਦੇ ਹਨ। ਉਹ ਸੋਚਦੇ ਹਨ, ਮੈਂ ਹੁਣ ਤੱਕ ਕੀਤਾ ਹੀ ਕਿਆ ਹੈ, ਕਮਾਇਆ ਹੀ ਤਾਂ ਹੈ ਅਤੇ ਬੱਚਿਆਂ ਪਰ ਹੀ ਤਾਂ ਖਰਚ ਕੀਤਾ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਸਿਰਫ ਕਮਾਉਣੇ ਵਿੱਚ ਕੱਢ ਦਿੱਤੀ। ਸਵੇਰੇ ਚਲਾ ਜਾਂਦਾ ਹਾਂ, ਸ਼ਾਮ ਨੂੰ ਆਉਂਦਾ ਹਾਂ। ਦਿਨ ਰਾਤ ਮਿਹਨਤ ਕੀਤੀ। ਕਿਸ ਦੇ ਲਈ ਕੀਤੀ? ਬੱਚਿਆਂ ਦੇ ਲਈ ਹੀ ਕੀਤੀ ਅਤੇ ਅੱਜ ਇਹਨਾਂ ਬੱਚਿਆਂ ਪਰ 2 ਵਕਤ ਦੀ ਰੋਟੀ ਵੀ ਦੇਣਾ ਮੇਰੇ ਲਈ ਭਾਰੀ ਹੋ ਰਿਹਾ ਹੈ। ਕਿਸ ਦੇ ਲਈ ਕਰਾਂ? ਕਿਸ ਦੇ ਲਈ ਜਾਵਾਂ? ਕਿਸ ਦੇ ਲਈ ਕਮਾਵਾਂ? ਇਹਨਾਂ ਸਵਾਰਥੀ ਬੱਚਿਆਂ ਦੇ ਲਈ? ਸਾਰੀ ਜ਼ਿੰਦਗੀ ਕਮਾਇਆ ਹੀ ਤਾਂ ਹੈ। ਜਿਸ ਦੇ ਲਈ ਕਮਾਉਂਦਾ ਉਹ ਤਾਂ ਮੈਨੂੰ ਛੱਡ ਕੇ ਜਾ ਚੁੱਕੀ ਹੈ। ਹੁਣ ਕਿਸ ਦੇ ਲਈ ਇੰਨਾ ਸਿਰ ਦਰਦ ਲਵਾਂ? ਔਲਾਦ ਨੂੰ ਸਿਰਫ ਮੇਰੇ ਪੈਸੇ ਤੋਂ ਮਤਲਬ ਹੈ, ਮੇਰੇ ਤੋਂ ਨਹੀਂ। ਉਹ ਮੇਰੇ ਪੈਸੇ ਨਾਲ ਪਿਆਰ ਕਰਦੇ ਹਨ, ਮੇਰੇ ਨਾਲ ਨਹੀਂ। ਮੈਂ ਸੋਚਿਆ ਸੀ ਕਿ ਸਾਰੀ ਜ਼ਿੰਦਗੀ ਤਾਂ ਕਮਾਇਆ ਹੈ, ਬਸ ਹੁਣ ਕੰਮ ਨਹੀਂ ਕਰੂੰਗਾ। ਮੈਂ ਸਾਰੀ ਜ਼ਿੰਦਗੀ ਬੱਚਿਆਂ ਨੂੰ ਪਾਲਿਆ। ਮੇਰੇ ਬੱਚੇ ਹੁਣ ਮੈਨੂੰ ਪਾਲਣਗੇ, ਮੇਰਾ ਸਹਾਰਾ ਬਣਨਗੇ, ਪਰ ਇਹਨਾਂ ਨੂੰ ਤਾਂ ਹੁਣੇ ਵੀ ਮੇਰੇ ਤੋਂ ਹੀ ਕੰਮ ਕਰਵਾਉਣਾ ਹੈ, ਮੇਰੀ ਹੀ ਕਮਾਈ ਖਾਣੀ ਹੈ। ਜਦਕਿ ਹੁਣ ਮੇਰੇ ਵਿੱਚ ਹਿੰਮਤ ਨਹੀਂ ਰਹੀ ਕੰਮ ਕਰਨੇ ਦੀ। ਮੇਰੀ ਹਿੰਮਤ ਜੋ ਸੀ ਉਹ ਚਲੀ ਗਈ ਤਾਂ ਹੁਣ ਮੈਂ ਆਪਣੀ ਹਿੰਮਤ ਕਿੱਥੇ ਤੋਂ ਲਿਆਵਾਂ? ਜਦ ਮਾਧਵੀ ਹੀ ਨਹੀਂ ਰਹੀ ਤਾਂ ਮੈਂ ਕੰਮ ਕਿਉਂ ਕਰਾਂ? ਨਫ਼ਰਤ ਹੋ ਗਈ ਹੈ ਮੈਨੂੰ ਹੁਣ ਕੰਮ ਕਰਨੇ ਤੋਂ ਵੀ। ਮੈਨੂੰ ਨਹੀਂ ਕਮਾਉਣਾ ਪੈਸਾ, ਬਹੁਤ ਪੈਸਾ ਕਮਾ ਲਿਆ, ਬਸ ਹੁਣ ਨਹੀਂ। ਆਪਣੇ ਦੋਵੇਂ ਪੁੱਤਾਂ ਦੀ ਗੱਲ ਸੁਣ ਕੇ ਮਦਨ ਲਾਲ ਜੀ ਨੂੰ ਹੋਰ ਵੀ ਗਹਿਰਾ ਸਦਮਾ ਪਹੁੰਚਦਾ ਹੈ। ਉਹ ਤਾਂ ਆਪਣੇ ਪੁੱਤਾਂ ਦੇ ਲਈ ਕਿਆ ਸੋਚ ਰਹੇ ਸੀ ਅਤੇ ਉਹਨਾਂ ਦੇ ਪੁੱਤ ਉਹਨਾਂ ਨੂੰ ਲੈ ਕੇ ਕਿਆ ਸੋਚ ਰਹੇ ਸੀ, ਇਹ ਵੀ ਉਹ ਦੇਖ ਚੁੱਕੇ ਸੀ। ਉਹ ਆਪਣੀ ਸੋਚ ਤੋਂ ਬਾਹਰ ਹੀ ਨਹੀਂ ਨਿਕਲ ਪਾ ਰਹੇ ਸੀ। ਉਹਨਾਂ ਦੇ ਮਨ ਦੇ ਅੰਦਰ ਬਹੁਤ ਸਾਰੇ ਸਵਾਲ ਜਨਮ ਲੈ ਰਹੇ ਸੀ। ਸਾਰੀ ਜ਼ਿੰਦਗੀ ਮੈਂ ਆਪਣੇ ਪੁੱਤਾਂ ਨੂੰ ਪਾਲਿਆ ਪੋਸਿਆ, ਚੰਗੀ ਪਰਵਰਿਸ਼ ਦਿੱਤੀ, ਪੜ੍ਹਾਇਆ ਲਿਖਾਇਆ, ਸਾਰੀ ਜ਼ਿੰਦਗੀ ਖਰਚ ਚੁੱਕਦਾ ਰਿਹਾ। ਜਦ ਵੀ ਪੈਸੇ ਮੰਗਦੇ, ਜਿੰਨੇ ਵੀ ਮੰਗਦੇ ਤੁਰੰਤ ਕੱਢ ਕੇ ਦੇ ਦਿੰਦਾ ਅਤੇ ਅੱਜ ਜਦ ਮੈਂ ਕੁਝ ਦਿਨ ਦੇ ਲਈ ਆਪਣੀ ਪਤਨੀ ਦੇ ਸਦਮੇ ਵਿੱਚ ਘਰ ਬੈਠ ਗਿਆ ਤਾਂ ਇਹਨਾਂ ਪਰ ਬੋਝ ਬਣ ਗਿਆ। ਮਦਨ ਲਾਲ ਜੀ ਕੁਝ ਤਾਂ ਮਾਧਵੀ ਜੀ ਦੀ ਮੌਤ ਨਾਲ ਟੁੱਟੇ ਹੋਏ ਹੀ ਸੀ ਅਤੇ ਕੁਝ ਪੁੱਤਾਂ ਦੀ ਗੱਲਾਂ ਨੇ ਉਹਨਾਂ ਨੂੰ ਤੋੜ ਦਿੱਤਾ।
ਹੁਣ ਤੱਕ ਮਦਨ ਲਾਲ ਜੀ ਨੂੰ ਬੁਢਾਪਾ ਮਹਿਸੂਸ ਨਹੀਂ ਹੋਇਆ ਸੀ, ਪਰ ਹੁਣ ਹੋਣ ਲੱਗਾ। ਮਦਨ ਲਾਲ ਜੀ ਹੁਣ ਪੂਰਾ ਸਮੇਂ ਘਰ ਰਹਿੰਦੇ। ਮਦਨ ਲਾਲ ਜੀ ਨੂੰ ਖਾਣੇ ਤੱਕ ਕੋਈ ਪੁੱਤ ਨੂੰ ਪੁੱਛਦਾ ਨਹੀਂ ਸੀ। ਧੀ ਸ਼ੀਤਲ ਆ ਕੇ ਆਪਣੇ ਪਿਤਾ ਦਾ ਖਿਆਲ ਰੱਖਦੀ, ਪਰ ਉਹ ਕਿੰਨੇ ਸਮੇਂ ਆਪਣੇ ਘਰ ਨੂੰ ਛੱਡ ਕੇ ਆਪਣੇ ਪਿਤਾ ਜੀ ਦੇ ਕੋਲ ਰਹਿੰਦੀ। ਉਹ ਵੀ 1-2 ਦਿਨ ਆਪਣੇ ਪਿਤਾ ਦਾ ਖਿਆਲ ਰੱਖ ਕੇ ਆਪਣੇ ਘਰ ਚਲੀ ਜਾਂਦੀ ਸੀ। ਹੁਣ ਪਿਤਾ ਜੀ ਨੂੰ ਲੈ ਕੇ ਦਿਨ ਰਾਤ ਦਾ ਬਵੰਡਰ ਮਚਾ ਰਹਿਣ ਲੱਗਾ। ਪਿਤਾ ਜੀ ਦੇ ਖਰਚ ਨੂੰ ਲੈ ਕੇ ਦੋਵੇਂ ਪੁੱਤ ਦੋਵੇਂ ਨੂੰਹਾਂ ਵਿੱਚ ਲੜਾਈ ਹੋਣ ਲੱਗੀ। ਗੱਲ ਪਰ ਮਦਨ ਲਾਲ ਜੀ ਨੂੰ ਤਾਨੇ ਮਾਰੇ ਜਾਣ ਲੱਗੇ ਅਤੇ ਕੰਮ ਕਰਨੇ ਪਰ ਜ਼ੋਰ ਦਿੱਤਾ ਜਾਣ ਲੱਗਾ। ਮਦਨ ਲਾਲ ਜੀ ਸਭ ਦੇਖ ਰਹੇ ਸੀ, ਸਭ ਸੁਣ ਰਹੇ ਸੀ, ਪਰ ਮਦਨ ਲਾਲ ਜੀ ਸ਼ਾਂਤ ਸੁਭਾਅ ਦੇ ਵਿਅਕਤੀ ਸੀ। ਚੁੱਪਚਾਪ ਸਭ ਸੁਣਦੇ ਰਹਿੰਦੇ ਸੀ। ਘਰ ਵਿੱਚ ਉਹਨਾਂ ਨੂੰ ਲੈ ਕੇ ਇੰਨਾ ਕਲੇਸ਼ ਹੋਣ ਲੱਗਾ ਸੀ ਕਿ ਮਦਨ ਲਾਲ ਜੀ ਨੂੰ ਹੁਣ ਖੁਦ ਪਰ ਵੀ ਸ਼ਰਮ ਆਉਣ ਲੱਗੀ ਸੀ। ਪਰ ਮਦਨ ਲਾਲ ਜੀ ਇੰਨੇ ਕਮਜ਼ੋਰ ਵਿਅਕਤੀ ਨਹੀਂ ਸੀ। ਉਹ ਸ਼ਾਂਤ ਸੁਭਾਅ, ਮਜ਼ਬੂਤ ਸੋਚ ਵਿਚਾਰ, ਪੱਕੇ ਇਰਾਦੇ ਵਾਲੇ ਵਿਅਕਤੀ ਸੀ। ਇੱਕ ਦਿਨ ਚਾਰੋਂ ਪੁੱਤ ਨੂੰਹ ਵਿੱਚ ਪਿਤਾ ਜੀ ਨੂੰ ਲੈ ਕੇ ਬਹੁਤ ਬਹਿਸ ਹੋ ਰਹੀ ਸੀ। ਦੋਵੇਂ ਨੂੰਹਾਂ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਪਿਤਾ ਜੀ ਨੂੰ ਕੰਮ ਕਰਨੇ ਦੇ ਲਈ ਬੋਲੋ। ਪੁੱਤ ਵੀ ਕਹਿ ਰਹੇ ਸੀ ਕਿ ਕਿਆ ਕੀਤਾ ਜਾਵੇ ਜਿਸ ਨਾਲ ਪਿਤਾ ਜੀ ਕੰਮ ਕਰਨ ਲੱਗੇ। ਇਸ ਗੱਲ ਨੂੰ ਲੈ ਕੇ ਚਾਰੋਂ ਪੁੱਤਾਂ ਨੂੰ ਵਿੱਚ ਝਗੜਾ ਹੋ ਜਾਂਦਾ ਹੈ। ਮਦਨ ਲਾਲ ਜੀ ਆਪਣੇ ਕਮਰੇ ਵਿੱਚ ਸਭ ਸੁਣਦੇ ਰਹਿੰਦੇ ਹਨ। ਮਦਨ ਲਾਲ ਜੀ ਕਮਰੇ ਤੋਂ ਬਾਹਰ ਆਉਂਦੇ ਹਨ। ਪੁੱਤ ਨੂੰ ਵੀ ਬਾਹਰ ਆਉਂਦੇ ਹਨ ਅਤੇ ਮਦਨ ਲਾਲ ਜੀ ਨੂੰ ਕੰਮ ਕਰਨੇ ਦੇ ਲਈ ਕਹਿੰਦੇ ਹਨ। ਮਦਨ ਲਾਲ ਜੀ ਕੁਝ ਨਹੀਂ ਬੋਲਦੇ ਤਾਂ ਪੁੱਤ ਨੂੰ ਉਹਨਾਂ ਨੂੰ ਬਹੁਤ ਖਰੀ ਖੋਟੀ ਸੁਣਾਉਣ ਲੱਗ ਜਾਂਦੇ ਹਨ। ਦੋਵੇਂ ਪੁੱਤ ਕਹਿੰਦੇ ਹਨ, ਸਾਡੇ ਉੱਪਰ ਬੋਝ ਬਣ ਕੇ ਨਾ ਬੈਠੋ। ਇੰਨੇ ਵਕਤ ਤੋਂ ਘਰ ਵਿੱਚ ਪਏ ਹੋ, ਕੁਝ ਕੰਮ ਧੰਦਾ ਕਿਉਂ ਨਹੀਂ ਕਰਦੇ? ਤੁਹਾਡਾ ਬੋਝ ਚੁੱਕਣੇ ਦੇ ਲਈ ਸਾਡੇ ਕੋਲ ਕੁਝ ਨਹੀਂ ਹੈ। ਨੂੰਹਾਂ ਕਹਿੰਦੀ ਹਨ, ਖੁਦ ਕਰੋ, ਖੁਦ ਪਕਾਓ ਅਤੇ ਖਾਓ। ਸਾਡੇ ਤੋਂ ਆਪਣਾ ਹੀ ਕੰਮ ਨਹੀਂ ਹੁੰਦਾ ਹੈ, ਸਾਡਾ ਹੀ ਕੋਈ ਕਰ ਦੇ। ਮਦਨ ਲਾਲ ਜੀ ਚੁੱਪਚਾਪ ਬਾਹਰ ਜਾਂਦੇ ਹਨ ਤਾਂ ਸਭ ਖੁਸ਼ ਹੋ ਜਾਂਦੇ ਹਨ ਕਿ ਹੁਣ ਤਾਂ ਤਾਲਾ ਖੁੱਲ੍ਹ ਹੀ ਜਾਵੇਗਾ ਦੁਕਾਨ ਦਾ। ਹੁਣ ਤਾਂ ਪਿਤਾ ਜੀ ਨੂੰ ਕੰਮ ਕਰਨਾ ਹੀ ਪਵੇਗਾ। ਇੱਕ ਵਾਰ ਪਿਤਾ ਜੀ ਕੰਮ ਕਰਨ ਲੱਗੇ ਫਿਰ ਤਾਂ ਸਭ ਠੀਕ ਹੋ ਜਾਵੇਗਾ। ਪੈਸੇ ਆਉਣ ਲੱਗਣਗੇ ਤਾਂ ਘਰ ਦਾ ਖਰਚ ਆਰਾਮ ਨਾਲ ਉੱਠ ਜਾਵੇਗਾ। ਮਦਨ ਲਾਲ ਜੀ ਦੇ ਪੁੱਤਾਂ ਨੇ ਕਦੀ ਘਰ ਦੇ ਖਰਚਿਆਂ ਵਿੱਚ ਪੈਸੇ ਖਰਚ ਨਹੀਂ ਕੀਤੇ ਸੀ, ਇਸ ਲਈ ਹੁਣ ਉਹਨਾਂ ਨੂੰ ਬਹੁਤ ਭਾਰੀ ਦਿਖਾਈ ਦੇ ਰਿਹਾ ਸੀ। ਇਸ ਲਈ ਉਹ ਮਦਨ ਲਾਲ ਜੀ ਪਰ ਕੰਮ ਕਰਨੇ ਦੇ ਲਈ ਜ਼ੋਰ ਦੇ ਰਹੇ ਸੀ। ਸਭ ਮਦਨ ਲਾਲ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਜਦੀ ਉੱਥੇ 2 ਪੁਲਿਸ ਅਫਸਰ ਆਉਂਦੇ ਹਨ ਅਤੇ ਪਿੱਛੇ ਮਦਨ ਲਾਲ ਆਉਂਦੇ ਹਨ। ਪੁੱਤ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਅਤੇ ਖੜੇ ਹੋ ਜਾਂਦੇ ਹਨ। ਮਦਨ ਲਾਲ ਜੀ ਚੁੱਪਚਾਪ ਲੱਤ ਪਰ ਲੱਤ ਰੱਖ ਕੇ ਸੋਫੇ ਪਰ ਬੈਠ ਜਾਂਦੇ ਹਨ। ਕਿਆ ਇਹ ਘਰ ਤੁਹਾਡਾ ਹੈ? ਪੁਲਿਸ ਅਫਸਰ ਮਦਨ ਲਾਲ ਦੇ ਬੱਚਿਆਂ ਤੋਂ ਪੁੱਛਦੇ ਹਨ। ਪੁੱਤ ਜਵਾਬ ਦਿੰਦੇ ਹਨ, ਜੀ ਹਾਂ, ਇਹ ਘਰ ਸਾਡਾ ਹੀ ਹੈ ਅਤੇ ਉਹ ਜੋ ਸਾਹਮਣੇ ਸੋਫੇ ਪਰ ਬੈਠੇ ਹਨ ਉਹ ਸਾਡੇ ਪਿਤਾ ਜੀ ਹਨ। ਇੰਨਾ ਕਹਿਣਾ ਸੀ ਕਿ ਦੋਵੇਂ ਅਫਸਰ ਦੋਵੇਂ ਪੁੱਤਾਂ ਦੇ ਆਪਣੇ ਡੰਡੇ ਨਾਲ ਟੰਗਾਂ ਪਰ ਮਾਰਦੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜਦ ਇਹ ਤੁਹਾਡੇ ਪਿਤਾ ਜੀ ਹਨ ਅਤੇ ਤੁਸੀਂ ਇਹਨਾਂ ਦੇ ਪੁੱਤ ਹੋ ਅਤੇ ਇਹ ਘਰ ਤੁਹਾਡਾ ਹੈ ਤਾਂ ਇੰਨੀ ਨੌਬਤ ਕਿਉਂ ਆਈ ਕਿ ਮਦਨ ਲਾਲ ਜੀ ਨੂੰ ਪੁਲਿਸ ਸਟੇਸ਼ਨ ਵਿੱਚ ਸਾਡੇ ਕੋਲ ਆਉਣਾ ਪਿਆ ਅਤੇ ਤੁਸੀਂ ਲੋਕਾਂ ਦੇ ਖਿਲਾਫ ਕੇਸ ਦਰਜ ਕਰਵਾਉਣਾ ਪਿਆ? ਮਦਨ ਲਾਲ ਜੀ ਇਸ ਸ਼ਹਿਰ ਦੇ ਬਹੁਤ ਇੱਜ਼ਤਦਾਰ ਵਿਅਕਤੀ ਹਨ ਅਤੇ ਸਾਡੇ ਪਿਤਾ ਜੀ ਦੇ ਬਹੁਤ ਚੰਗੇ ਸਾਥੀ। ਹੁਣ ਤੁਸੀਂ ਚੱਲੋ ਸਾਡੇ ਨਾਲ, ਅਸੀਂ ਕਰਾਂਗੇ ਤੁਹਾਡੀ ਖਾਤਿਰਦਾਰੀ ਵਧੀਆ ਵਾਲੀ।
ਪੁਲਿਸ ਵਾਲੇ ਦੋਵੇਂ ਪੁੱਤਾਂ ਦਾ ਗਿਰੇਬਾਨ ਫੜ ਕੇ ਘਸੀਟ ਕੇ ਲੈ ਜਾਂਦੇ ਹਨ। ਉਹ ਪੁਲਿਸ ਅਫਸਰ ਪਿਤਾ ਜੀ ਦੇ ਦੋਸਤ ਦਾ ਬੇਟਾ ਹੁੰਦਾ ਹੈ। ਦੋਵੇਂ ਪੁੱਤ ਪਿਤਾ ਜੀ ਕਰਦੇ ਰਹਿੰਦੇ ਹਨ। ਦੋਵੇਂ ਨੂੰਹਾਂ ਵੀ ਪਿਤਾ ਜੀ ਦੇ ਪੈਰ ਪੈਂਦੀ ਹਨ, ਪਰ ਪਿਤਾ ਜੀ ਕੁਝ ਵੀ ਨਹੀਂ ਕਹਿੰਦੇ। ਦੋਵੇਂ ਨੂੰਹਾਂ ਵੀ ਆਪਣੇ ਪਤੀ ਦੇ ਪਿੱਛੇ ਚੱਲ ਦਿੰਦੀ ਹਨ। ਪਿਤਾ ਜੀ ਦੇ ਕਹਿਣੇ ਪਰ ਉਹਨਾਂ ਦੇ ਪੁੱਤਾਂ ਨੂੰ ਇੱਕ ਰਾਤ ਸਲਾਖਾਂ ਦੇ ਪਿੱਛੇ ਰੱਖਿਆ ਜਾਂਦਾ ਹੈ ਅਤੇ ਫਿਰ ਛੱਡ ਦਿੱਤਾ ਜਾਂਦਾ ਹੈ। ਦੋਵੇਂ ਪੁੱਤ ਮਾਫ਼ੀ ਮੰਗਣੇ ਦੇ ਲਈ ਆਪਣੇ ਪਿਤਾ ਜੀ ਦੇ ਕੋਲ ਆਉਂਦੇ ਹਨ, ਪਰ ਉਸ ਘਰ ਵਿੱਚ ਤਾਲਾ ਲੱਗਾ ਹੁੰਦਾ ਹੈ। ਪਿਤਾ ਜੀ ਆਪਣਾ ਘਰ ਦੁਕਾਨ ਦੋਵੇਂ ਵੇਚ ਦਿੰਦੇ ਹਨ। ਹੁਣ ਉਹਨਾਂ ਦਾ ਕੰਮ ਕਰਨੇ ਦਾ ਕੋਈ ਮਨ ਨਹੀਂ ਸੀ, ਕਿਉਂਕਿ ਜਿਸ ਦੇ ਲਈ ਉਹ ਕਰਦੇ ਸੀ ਉਹ ਹੁਣ ਇਸ ਦੁਨੀਆ ਤੋਂ ਜਾ ਚੁੱਕੀ ਸੀ। ਉਹਨਾਂ ਨੂੰ ਹੁਣ ਆਪਣੇ ਕੰਮ ਤੋਂ ਵੀ ਨਫ਼ਰਤ ਹੋ ਚੁੱਕੀ ਸੀ, ਕਿਉਂਕਿ ਜ਼ਿੰਦਗੀ ਭਰ ਜਿਨ੍ਹਾਂ ਦੇ ਲਈ ਕਮਾਇਆ ਉਹਨਾਂ ਨੇ ਪਿਤਾ ਜੀ ਦੇ ਨਾਲ ਐਸਾ ਕੀਤਾ। ਇਹ ਸੋਚ ਕੇ ਹੀ ਪਿਤਾ ਜੀ ਦੇ ਦਿਲ ਦੇ 1000 ਟੁਕੜੇ ਹੋ ਜਾਂਦੇ ਸੀ। ਮਦਨ ਲਾਲ ਜੀ ਆਪਣੀ ਧੀ ਦੇ ਆਸ-ਪਾਸ ਹੀ ਇੱਕ ਛੋਟਾ ਜਿਹਾ ਘਰ ਲੈ ਲੈਂਦੇ ਹਨ ਅਤੇ ਬਾਕੀ ਦਾ ਸਾਰਾ ਪੈਸਾ ਡਾਕਖਾਨੇ ਵਿੱਚ ਜਮ੍ਹਾਂ ਕਰਾ ਦਿੰਦੇ ਹਨ। ਉਹਨਾਂ ਦੇ ਪੈਸੇ ਪਰ ਜੋ ਵਿਆਜ ਮਿਲਦਾ ਹੈ, ਉਸ ਨਾਲ ਉਹਨਾਂ ਦਾ ਖਰਚਾ ਆਰਾਮ ਨਾਲ ਚੱਲ ਜਾਂਦਾ ਹੈ। ਉਹ ਛੋਟਾ ਘਰ ਵੀ ਪਿਤਾ ਜੀ ਆਪਣੀ ਧੀ ਦੇ ਨਾਮ ਕਰ ਦਿੰਦੇ ਹਨ ਅਤੇ ਜੋ ਰਕਮ ਉਹਨਾਂ ਨੇ ਡਾਕਖਾਨੇ ਵਿੱਚ ਜਮ੍ਹਾਂ ਕਰਵਾਈ ਸੀ, ਉਸ ਦਾ ਵਾਰਿਸ ਵੀ ਆਪਣੀ ਧੀ ਨੂੰ ਬਣਾ ਦਿੰਦੇ ਹਨ। ਮਦਨ ਲਾਲ ਜੀ ਆਪਣੀ ਧੀ ਨੂੰ ਕਹਿੰਦੇ ਹਨ ਕਿ ਧੀ, ਜਦ ਤੱਕ ਮੇਰੇ ਹੱਥ ਪੈਰ ਚੱਲ ਰਹੇ ਹਨ ਮੈਂ ਆਪਣਾ ਕੰਮ ਖੁਦ ਕਰ ਲਵਾਂਗਾ, ਪਰ ਜਿਸ ਦਿਨ ਮੇਰੇ ਹੱਥ ਪੈਰ ਚੱਲਣੇ ਬੰਦ ਹੋ ਜਾਣ ਉਸ ਦਿਨ ਮੇਰੇ ਲਈ ਹਾਜ਼ਰ ਰਹਿਣਾ। ਮੈਂ ਜੋ ਪੈਸਾ ਡਾਕਖਾਨੇ ਵਿੱਚ ਜਮ੍ਹਾਂ ਕਰਵਾਇਆ ਹੈ ਉਸ ਦਾ ਵਾਰਿਸ ਤੈਨੂੰ ਹੀ ਬਣਾ ਦਿੱਤਾ ਹੈ ਅਤੇ ਇਹ ਮਕਾਨ ਵੀ ਤੇਰੇ ਨਾਮ ਕਰ ਦਿੱਤਾ ਹੈ। ਸ਼ੀਤਲ ਆਪਣੇ ਪਿਤਾ ਜੀ ਦੇ ਗਲੇ ਲੱਗ ਜਾਂਦੀ ਹੈ। ਸ਼ੀਤਲ ਨੂੰ ਵੀ ਆਪਣੇ ਪਿਤਾ ਜੀ ਦੇ ਲਈ ਬਹੁਤ ਦੁੱਖ ਹੁੰਦਾ ਹੈ। ਘਰ ਕੋਲ ਹੋਣੇ ਦੀ ਵਜ੍ਹਾ ਨਾਲ ਹੁਣ ਮਦਨ ਲਾਲ ਜੀ ਦੀ ਧੀ ਰੋਜ਼ਾਨਾ ਆਪਣੇ ਪਿਤਾ ਜੀ ਦੇ ਕੋਲ ਆ ਜਾਂਦੀ ਹੈ। ਮਦਨ ਲਾਲ ਜੀ ਇੱਕ ਖਾਣਾ ਬਣਾਉਣ ਵਾਲੀ ਰੱਖ ਲੈਂਦੇ ਹਨ ਅਤੇ ਇੱਕ ਸਾਫ਼ ਸਫਾਈ ਵਾਲੀ ਰੱਖ ਲੈਂਦੇ ਹਨ। ਮਦਨ ਲਾਲ ਜੀ ਦੇ ਕੋਲ ਉਹਨਾਂ ਦਾ ਨੌਕਰ, ਜੋ ਬਚਪਨ ਤੋਂ ਹੀ ਉਹਨਾਂ ਦੇ ਕੋਲ ਰਹਿੰਦਾ ਸੀ, ਇੱਕ ਦਿਨ ਉਹਨਾਂ ਦੇ ਕੋਲ ਆਉਂਦਾ ਹੈ। ਕਹਿੰਦਾ ਹੈ, ਬਾਬੂ ਜੀ ਤੁਸੀਂ ਕੰਮ ਬੰਦ ਕੀਤਾ ਤਾਂ ਮੈਂ ਤਾਂ ਲਵਾਰਿਸ ਹੋ ਗਿਆ। ਤੁਹਾਡੇ ਬਿਨਾਂ ਕਾਫੀ ਵਾਰ ਤੁਹਾਡੇ ਘਰ ਆਇਆ ਸੀ। ਜਦ ਤੁਹਾਡੇ ਪੁੱਤਾਂ ਨੇ ਮੈਨੂੰ ਧੱਕੇ ਮਾਰ ਕੇ ਭਜਾ ਦਿੱਤਾ ਸੀ, ਬੜੀ ਮੁਸ਼ਕਿਲ ਨਾਲ ਤੁਹਾਡਾ ਪਤਾ ਮਿਲਿਆ ਹੈ। ਮੈਂ ਕਿੱਥੇ ਜਾਵਾਂ, ਕੌਣ ਹੈ ਮੇਰਾ? ਤਾਂ ਮਦਨ ਲਾਲ ਜੀ ਉਸ ਨੂੰ ਆਪਣੇ ਕੋਲ ਰੱਖ ਲੈਂਦੇ ਹਨ ਅਤੇ ਡਾਕਖਾਨੇ ਵਿੱਚ ਜੋ ਰਕਮ ਜਮ੍ਹਾਂ ਸੀ ਉਸ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਦੇ ਹਨ। ਦੋਵੇਂ ਪੁੱਤ ਆਪਣੇ ਪਿਤਾ ਜੀ ਦੇ ਕੋਲ ਮਾਫ਼ੀ ਮੰਗਣ ਆਉਂਦੇ ਹਨ, ਪਰ ਮਦਨ ਲਾਲ ਜੀ ਉਹਨਾਂ ਨੂੰ ਮਾਫ਼ ਨਹੀਂ ਕਰਦੇ। ਹੁਣ ਦੋਵੇਂ ਪੁੱਤ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ ਅਤੇ ਆਪਣਾ ਘਰ ਚਲਾਉਂਦੇ ਹਨ, ਪਰ ਉਸ ਵਿੱਚ ਉਹਨਾਂ ਦਾ ਗੁਜ਼ਾਰਾ ਪੂਰਾ ਨਹੀਂ ਹੁੰਦਾ ਹੈ ਤਾਂ ਦਿਨ ਰਾਤ ਦੀ ਲੜਾਈ ਰਹਿੰਦੀ ਹੈ। ਜ਼ਿੰਦਗੀ ਵਿੱਚ ਹਰ ਜਗ੍ਹਾ ਸ਼ਬਦ ਕੰਮ ਨਹੀਂ ਆਉਂਦੇ। ਕਈ ਜਗ੍ਹਾ ਇਨਸਾਨ ਦੀ ਖਾਮੋਸ਼ੀ ਹੀ ਵਾਰ ਕਰ ਦਿੰਦੀ ਹੈ। ਜਿਵੇਂ ਮਦਨ ਲਾਲ ਜੀ ਨੇ ਖਾਮੋਸ਼ੀ ਵਿੱਚ ਸਭ ਕੰਮ ਕਰ ਦਿੱਤੇ ਸੀ। ਜ਼ਿੰਦਗੀ ਵਿੱਚ ਹਰ ਜਗ੍ਹਾ ਪੈਸਾ ਕੰਮ ਨਹੀਂ ਆਉਂਦਾ। ਕਈ ਜਗ੍ਹਾ ਇਨਸਾਨ ਦਾ ਸਹਾਰਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਮਦਨ ਲਾਲ ਜੀ ਦੇ ਪੁੱਤ ਹੁਣ ਆਪਣੇ ਪਿਤਾ ਦੇ ਸਹਾਰੇ ਨੂੰ ਤੜਫ ਰਹੇ ਸੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।